हाँ जी, सत श्री अकाल गेम चेंजर्स सक्सैस दारा चैनल ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਪਿਛਲੇ ਕੁਝ ਸਮੇਂ ਤੋਂ ਦਸਮ ਗ੍ਰੰਥ ਸਾਹਿਬ ਦਾ ਮੁੱਦਾ ਇੰਨਾ ਗਹਿਰਾਉਣ ਤੋਂ ਬਾਅਦ ਵੀ ਇੱਕ ਆਮ ਸਿੱਖ ਨੂੰ ਇਸ ਮੁੱਦੇ ਤੇ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ। ਇਸੇ ਲਈ ਪਿਛਲੇ ਵੀਡੀਓ ਵਿੱਚ ਆਪਾਂ ਇਸ ਕਨਫਿਊਜ਼ਨ ਨੂੰ ਦੂਰ ਕਰਨ ਲਈ ਮੋٹے ਤੌਰ ਤੇ ਦਸਮ ਗ੍ਰੰਥ ਸਾਹਿਬ ਦੇ ਮੁੱਦੇ ਨੂੰ ਐਕਸਪਲੇਨ ਕੀਤਾ ਸੀ ਤਾਂ ਜੋ ਇੱਕ ਆਮ ਸਿੱਖ ਨੂੰ ਇਸ ਮੁੱਦੇ ਨਾਲ ਰੂਬਰੂ ਕਰਵਾਇਆ ਜਾ ਸਕੇ। ਤੇ ਇਸ ਵੀਡੀਓ ਵਿੱਚ ਆਪਾਂ ਦਸਮ ਗ੍ਰੰਥ ਸਾਹਿਬ ਦੀ ਹਰ ਬਾਣੀ ਦਾ ਡੀਪਲੀ ਐਨਾਲਾਈਸਿਸ ਕਰਾਂਗੇ ਕਿ ਆਖਰ ਦਸਮ ਗ੍ਰੰਥ ਸਾਹਿਬ ਦੀਆਂ ਬਾਣੀਆਂ ਲਾਈਕ ਬਚਿੱਤਰ ਨਾਟਕ, ਚੰਡੀ ਦੀ ਵਾਰ, 24 ਅਵਤਾਰਾਂ ਦੀ ਕਥਾ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਇਹਨਾਂ 'ਚ ਇਹੋ ਜਿਹਾ ਕੀ ਲਿਖਿਆ ਹੈ ਕਿ ਪੰਥ ਦੀ ਇੱਕ ਵੱਡੀ ਗਿਣਤੀ ਇਹਨਾਂ ਨੂੰ ਗੁਰੂ ਸਾਹਿਬ ਦੀਆਂ ਲਿਖਤਾਂ ਮੰਨਣਾ ਨਹੀਂ ਚਾਹੁੰਦੀ। ਤੇ ਚਰਿੱਤਰੋਪਖਿਆਨ ਤੇ ਵੀ ਖੁੱਲ੍ਹ ਕੇ ਗੱਲ ਕਰਾਂਗੇ ਕਿ ਸੱਚਮੁੱਚ ਇਸ ਵਿੱਚ ਜੋ ਵਿਆਹ ਤੋਂ ਪਹਿਲਾਂ ਦੇ ਸੰਬੰਧ, ਵਿਆਹ ਤੋਂ ਬਾਅਦ ਦੇ ਨਜਾਇਜ਼ ਸੰਬੰਧ, ਭੈਣ ਭਰਾ, ਪਿਓ ਧੀ ਤੇ ਮਾਂ ਪੁੱਤ ਦੇ ਸੈਕਸ਼ੂਅਲ ਸੰਬੰਧਾਂ ਦੀਆਂ ਕਾਮੁਕ ਤੇ ਅਸ਼ਲੀਲ ਕਹੀਆਂ ਜਾਣ ਵਾਲੀਆਂ ਕਹਾਣੀਆਂ ਲਿਖੀਆਂ ਗਈਆਂ ਹਨ ਕਿ ਉਹ ਸੱਚਮੁੱਚ ਗੁਰੂ ਸਾਹਿਬ ਦੀਆਂ ਲਿਖਤਾਂ ਹਨ। ਤੇ ਜੇ ਇਹ ਕਹਾਣੀਆਂ ਸੱਚਮੁੱਚ ਗੁਰੂ ਸਾਹਿਬ ਨੇ ਲਿਖੀਆਂ ਹਨ ਤਾਂ ਇਹਨਾਂ ਰਾਹੀਂ ਉਹ ਸੰਗਤਾਂ ਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ ਸਨ। ਇਸ ਟੌਪਿਕ ਨੂੰ ਸਿਲੈਕਟ ਕਰਨ ਤੋਂ ਪਹਿਲਾਂ ਮੈਂ ਕਈ ਦਿਨਾਂ ਤੱਕ ਇਸ ਤੇ ਵਿਚਾਰ ਕੀਤੀ ਕਿ ਸਿੱਖ ਇਤਿਹਾਸ ਤੇ ਵੀਡੀਓ ਬਣਾਉਂਦੇ ਜਦੋਂ ਮੈਂ ਦਸਮ ਗ੍ਰੰਥ ਸਾਹਿਬ ਦੇ ਸੈਕਸ਼ੂਅਲ ਕੰਟੈਂਟ ਬਾਰੇ ਸਭ ਦੇ ਸਾਹਮਣੇ ਫਰੈਂਕਲੀ ਜ਼ਿਕਰ ਕਰੂੰਗਾ ਤਾਂ ਮੇਰੇ ਮਾਤਾ ਪਿਤਾ, ਰਿਸ਼ਤੇਦਾਰ ਤੇ ਪਰਿਵਾਰ ਦੇ ਵੱਡੇ ਮੈਂਬਰ ਮੇਰੇ ਬਾਰੇ ਕੀ ਸੋਚਣਗੇ। ਪਰ ਫਿਰ ਮੈਂ ਸੋਚਿਆ ਕਿ ਜੇ ਵਾਹਿਗੁਰੂ ਨੇ ਮੈਨੂੰ ਨਿਮਾਣੇ ਨੂੰ ਇੰਨੀ ਬੁੱਧੀ ਬਖਸ਼ ਕੇ ਇਹ ਸੇਵਾ ਦਿੱਤੀ ਹੈ ਤਾਂ ਮੈਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਤੇ ਇਹੀ ਟੌਪਿਕ ਸਿਲੈਕਟ ਕਰਨਾ ਚਾਹੀਦਾ ਹੈ ਜਿਸ ਦੀ ਅੱਜ ਕੌਮ ਨੂੰ ਸਭ ਤੋਂ ਵੱਧ ਲੋੜ ਹੈ, ਜੋ ਮੁਸਲਿਮ ਸਮਾਜ ਦੀ ਤਰ੍ਹਾਂ ਸਿੱਖ ਕੌਮ ਦੇ ਵਿੱਚ ਵੀ ਸ਼ੀਆ ਤੇ ਸੁੰਨੀ ਵਰਗੇ ਹਾਲਾਤ ਪੈਦਾ ਕਰਕੇ ਕੌਮ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਰਿਹਾ ਹੈ। ਪਰ ਮੈਂ ਕੋਈ ਵਿਦਵਾਨ ਨਹੀਂ, ਨਾ ਹੀ ਆਪਣਾ ਇਹ ਚੈਨਲ ਕੋਈ ਅਥਾਰਟੀ ਹੈ ਜੋ ਇਹ ਫੈਸਲਾ ਕਰ ਸਕੇ ਕਿ ਦਸਮ ਗ੍ਰੰਥ ਸਾਹਿਬ ਗੁਰੂ ਸਾਹਿਬ ਦੀ ਲਿਖਤ ਹੈ ਜਾਂ ਨਹੀਂ। ਈਵਨ ਮੈਂ ਤਾਂ ਆਪਣੇ ਆਪ ਨੂੰ ਇਸ ਲਾਇਕ ਵੀ ਨਹੀਂ ਮੰਨਦਾ ਕਿ ਮੈਂ ਆਪਣੇ ਵਿਚਾਰ ਸਾਂਝੇ ਕਰ ਸਕਾਂ। ਸੋ ਮੈਂ ਸਿਰਫ ਇਸ ਟੌਪਿਕ ਤੇ ਰਿਸਰਚ ਕੀਤੀ ਹੈ ਤੇ 100 ਤੋਂ ਵੱਧ ਬੁੱਕਸ, ਵੀਡੀਓ ਤੇ ਸੈਮੀਨਾਰਸ ਤੋਂ ਮੈਟਰ ਕਲੈਕਟ ਕਰਕੇ ਉਸ ਨੂੰ ਸਮਰਾਈਜ਼ ਕਰਕੇ ਇਹ ਵੀਡੀਓ ਬਣਾਇਆ ਹੈ। ਕਿਉਂਕਿ ਇੱਕ ਆਮ ਸਿੱਖ ਦੇ ਕਨਫਿਊਜ਼ ਹੋਣ ਦਾ ਮੁੱਖ ਕਾਰਨ ਇਹ ਵੀ ਹੈ ਕਿ ਜਿਸ ਵਿਦਵਾਨ ਨੂੰ ਆਪਾਂ ਸੁਣਨ ਲੱਗ ਜਾਂਦੇ ਹਾਂ ਲੱਗਦਾ ਹੈ ਕਿ ਇਹ ਬਿਲਕੁਲ ਸਹੀ ਕਹਿ ਰਿਹਾ ਹੈ। ਇਸ ਤੋਂ ਪਹਿਲਾਂ ਜਿੰਨੇ ਸੁਣੇ ਸੀ ਉਹ ਸਾਰੇ ਗਲਤ ਸਨ ਤੇ ਹਰ ਕੋਈ ਅੱਡ-ਅੱਡ ਗੱਲ ਕਰ ਰਿਹਾ ਹੈ। ਸੋ ਮੈਂ ਅਗੇਨ ਦੱਸ ਦਵਾਂ ਕਿ ਮੈਂ ਇਸ ਵੀਡੀਓ ਵਿੱਚ ਆਪਣੀ ਤਰਫ ਤੋਂ ਕੋਈ ਵਿਚਾਰ ਨਹੀਂ ਲਿਖਿਆ। ਹਰ ਇੱਕ ਕਹੀ ਗਈ ਗੱਲ ਕਿਸੇ ਨਾ ਕਿਸੇ ਸੋਰਸ ਤੋਂ ਲਈ ਹੋਈ ਹੈ ਜਿਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਿੱਖ ਇਤਿਹਾਸ ਨਾਲ ਜੁੜੇ ਸ਼ਾਨਦਾਰ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਹਿਣ। ਸੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਇੱਕ ਮੁੱਖ ਭਾਗ ਸ਼੍ਰੀ ਬਚਿੱਤਰ ਨਾਟਕ ਤੋਂ। ਇਸ ਰਚਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਟੋਬਾਇਓਗ੍ਰਾਫੀ ਮੰਨਿਆ ਜਾਂਦਾ ਹੈ। ਸਮਰਥਕ ਕਹਿੰਦੇ ਹਨ ਕਿ ਬਚਿੱਤਰ ਨਾਟਕ ਵਿੱਚ ਖਾਲਸੇ ਦੇ ਸਿਰਜਣਾ ਤੋਂ ਪਹਿਲਾਂ ਤੇ ਬਾਅਦ ਦੇ ਇਤਿਹਾਸ ਦਾ ਗੁਰੂ ਸਾਹਿਬ ਦੀ ਕਲਮ ਨਾਲ ਕੀਤਾ ਬਖਾਨ ਦਰਜ ਹੈ। ਕਹਿੰਦੇ ਹਨ ਕਿ ਇਹ ਰਚਨਾ ਸਿੱਖ ਇਤਿਹਾਸ ਵਿੱਚ ਇੱਕ ਮੀਲ ਦਾ ਪੱਥਰ ਹੈ। ਇਸ ਲਿਖਤ ਵਿੱਚ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੀਤ ਨੂੰ ਤੋੜਦੇ ਹੋਏ ਖਾਲਸੇ ਦੀ ਇੱਕ ਵੱਖਰੀ ਰੀਤ ਸ਼ੁਰੂ ਕੀਤੀ ਸੀ। ਬਚਿੱਤਰ ਨਾਟਕ ਦੀ ਇੱਕ ਬੜੀ ਵੱਡੀ ਵਿਲੱਖਣਤਾ ਹੈ ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਸੁਮੇਲ ਖਾਂਦੀ ਹੈ। ਹਿੰਦੂ ਧਰਮ ਦੇ ਹਰ ਗ੍ਰੰਥ ਦੀ ਸ਼ੁਰੂਆਤ ਵਿਦਿਆ ਦੀ ਦੇਵੀ ਸਰਸਵਤੀ ਦੀ ਆਰਾਧਨਾ ਤੋਂ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸ਼੍ਰੀ ਗਣੇਸ਼ ਦੀ ਆਰਾਧਨਾ ਕੀਤੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਵਿਘਨਹਰਤਾ ਮੰਨਿਆ ਜਾਂਦਾ ਹੈ। ਪਰ ਦਸਮ ਪਿਤਾ ਬਚਿੱਤਰ ਨਾਟਕ ਦੀ ਸ਼ੁਰੂਆਤ ਵਿੱਚ ਲਿਖਦੇ ਹਨ, ਨਮਸਕਾਰ ਸ਼੍ਰੀ ਖੜਕ ਕੋ ਕਰੋ ਸੋਹੇ ਚਿਤਲਾਏ, ਪੂਰਨ ਕਰੋ ਗ੍ਰੰਥ ਤੇ ਤੁਮੇ ਕਰੋ ਸਹਾਏ। ਯਾਨੀ ਕਿ ਦਸਮ ਪਿਤਾ ਨੇ ਹਿੰਦੂ ਧਰਮ ਦੀ ਰੀਤ ਨੂੰ ਨਾ ਫੋਲੋ ਕਰਦੇ ਹੋਏ ਖੜਕ ਦੀ ਵੰਦਨਾ ਕਰਨ ਦਾ ਹੁਕਮ ਬਖਸ਼ਿਆ ਹੈ। ਪਰ ਦੂਸਰੀ ਧਿਰ ਜੋ ਦਸਮ ਗ੍ਰੰਥ ਸਾਹਿਬ ਦਾ ਖੰਡਨ ਕਰਦੀ ਹੈ ਉਹ ਕਹਿੰਦੇ ਹਨ ਕਿ ਦਸਮ ਗ੍ਰੰਥ ਸਾਹਿਬ ਦੀ ਬਾਣੀ ਤੇ ਵਿਚਾਰਧਾਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀ। ਇੱਕ ਸਿੱਖ ਨੂੰ ਜਿਸ ਅਕਾਲ ਪੁਰਖ ਦੀ ਆਰਾਧਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ ਉਸ ਦਾ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਤਰ੍ਹਾਂ ਬਖਾਨ ਕੀਤਾ ਗਿਆ ਹੈ, ਨਾ ਸੰਖਿਕ, ਨਾ ਚੱਕਰਿੰਗ, ਨਾ ਗਦਾ, ਨਾ ਸ਼ਾਨਿਨ, ਅਸ਼ਚਰਜ ਰੂਪ ਰਹਿਤਿੰਗ ਜ਼ਮੀਨ। ਯਾਨੀ ਕਿ ਅਕਾਲ ਪੁਰਖ ਦੇਹਧਾਰੀ ਨਹੀਂ ਹੈ, ਉਹ ਜਨਮ ਮਰਨ ਤੋਂ ਪਰੇ ਹੈ, ਉਹ ਅਕਾਲ ਹੈ, ਮਤਲਬ ਉਸ ਦਾ ਕੋਈ ਆਕਾਰ ਨਹੀਂ, ਕੋਈ ਰੰਗ ਰੂਪ ਨਹੀਂ। ਤੇ ਇਸ ਗ੍ਰੰਥ ਵਿੱਚ ਜਿਸ ਮਹਾਕਾਲ ਦੀ ਉਸਤਤ ਕਰਨ ਬਾਰੇ ਕਿਹਾ ਗਿਆ ਹੈ ਉਸ ਦੇ ਰੂਪ ਦਾ ਵਰਣਨ ਇਸ ਤਰ੍ਹਾਂ ਕੀਤਾ ਗਿਆ ਹੈ, ਮੁਖ ਬਿੰਜਲ ਜਾਣ ਘਣ ਪ੍ਰਿੰਜਲ, ਅੰਦਰਾ ਕਰਮਤ ਮਹਾਪਭੰਗ, ਬਨਮੇ ਬਾਗ ਬੱਚਾ ਪਪੰਕ। ਇਸ ਗ੍ਰੰਥ ਅਨੁਸਾਰ ਮਹਾਕਾਲ ਦੀਆਂ 4 ਬਾਹਾਂ ਹਨ ਤੇ ਰੰਗ ਬਿਲਕੁਲ ਕਾਲਾ ਹੈ। ਉਸ ਦੇ ਲੰਮੇ ਵਾਲ ਤੇ ਲੰਮੀ ਦਾੜੀ ਹੈ, ਗਲ ਵਿੱਚ ਖੋਪੜੀਆਂ ਦੀ ਮਾਲਾ ਪਾਈ ਹੋਈ ਹੈ ਤੇ ਉਹ ਸ਼ਰਾਬ ਪੀ ਕੇ ਜੰਗਲ ਵਿੱਚ ਐਵੇਂ ਭੰਬਕਾ ਮਾਰਦਾ ਹੈ ਜਿਵੇਂ ਕੋਈ ਸ਼ੇਰ ਦਾ ਬੱਚਾ ਦਹਾੜਦਾ ਹੋਵੇ।
ਤੇ ਜੇ ਆਪਾਂ ਦਸਮ ਗ੍ਰੰਥ ਸਾਹਿਬ ਨੂੰ ਹੀ ਸਹੀ ਮੰਨ ਲਈਏ ਤਾਂ ਦਸਮ ਗ੍ਰੰਥ ਸਾਹਿਬ ਦੀ ਬਾਣੀ ਚੌਪਾਈ ਸਾਹਿਬ ਵਿੱਚ ਲਿਖਿਆ ਹੋਇਆ ਹੈ, ਮਹਾਕਾਲ ਕੋ ਕਹਿਤ ਸਦਾ ਸ਼ਿਵ, ਯਾਨੀ ਕਿ ਇਹ ਗ੍ਰੰਥ ਸਾਫ਼-ਸਾਫ਼ ਸਾਨੂੰ ਸ਼ਿਵ ਜੀ ਦੀ ਆਰਾਧਨਾ ਕਰਨ ਲਈ ਕਹਿ ਰਿਹਾ ਹੈ। ਬਚਿੱਤਰ ਨਾਟਕ ਹੀ ਉਹ ਗ੍ਰੰਥ ਹੈ ਜਿਸ ਵਿੱਚ ਸਾਨੂੰ ਦਸਮ ਪਾਤਸ਼ਾਹ ਦੇ ਪਿਛਲੇ ਜਨਮ ਵਿੱਚ ਹੇਮਕੁੰਟ ਸਾਹਿਬ ਤੇ ਭਗਤੀ ਕਰਨ ਦਾ ਵੇਰਵਾ ਮਿਲਦਾ ਹੈ। ਦਸਮ ਗ੍ਰੰਥੀ ਸਿੱਖ ਮੰਨਦੇ ਹਨ ਕਿ ਇਸੇ ਥਾਂ ਤੇ ਭਗਤੀ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੂੰ ਅਕਾਲ ਪੁਰਖ ਨੇ ਆਪਣੇ ਕੋਲ ਤਲਬ ਕਰਕੇ ਕਿਹਾ ਸੀ ਕਿ ਧਰਤੀ ਤੇ ਜਾ ਕੇ ਅਕਾਲ ਪੁਰਖ ਦੀ ਉਸਤਤ ਕਰਨ ਵਾਲਾ ਇੱਕ ਨਵਾਂ ਪੰਥ ਚਲਾਓ। ਪਰ ਜੇ ਦਸਮ ਗ੍ਰੰਥ ਸਾਹਿਬ ਦੀ ਇਸ ਗੱਲ ਨੂੰ ਸਹੀ ਮੰਨ ਲਈਏ ਤਾਂ ਫਿਰ ਪਹਿਲੇ 9 ਗੁਰੂ ਤਾਂ ਇਹਦਾ ਮਤਲਬ ਆਪਣੀ ਲਾਈਫ 'ਚ ਆਪਣੇ ਮਿਸ਼ਨ 'ਚ ਬਿਲਕੁਲ ਫੇਲ ਹੋ ਗਏ ਸਨ ਕਿ ਉਹਨਾਂ ਆਪਣੀ ਲਾਈਫ 'ਚ ਕੁਝ ਨਹੀਂ ਕੀਤਾ, ਜਾਂ ਫਿਰ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸਾਈਡ ਰੱਖ ਕੇ ਆਪਣੀ ਭਗਤੀ ਕਰਵਾ ਰਹੇ ਸਨ। ਤਾਂ ਹੀ ਉਸ ਅਕਾਲ ਪੁਰਖ ਪਰਮਪਿਤਾ ਪਰਮਾਤਮਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਵਾਂ ਪੰਥ ਸਾਜਣ ਦੀ ਡਿਊਟੀ ਲਾਈ ਸੀ। ਤੇ ਯਾਦ ਰੱਖਿਓ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 9 ਗੁਰੂਆਂ ਦੇ ਸਮੇਂ ਤੱਕ ਹੀ ਲਿਖੀ ਜਾ ਚੁੱਕੀ ਸੀ। ਤੇ ਜੇ ਆਪਾਂ ਉਹਨਾਂ 9 ਗੁਰੂ ਸਾਹਿਬਾਨਾਂ ਨੂੰ ਹੀ ਰਿਜੈਕਟ ਕਰ ਦਿੰਨੇ ਹਾਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਤਾਂ ਫਿਰ ਇਸ ਤੋਂ ਬਾਅਦ ਆਪਣੇ ਧਰਮ ਦਾ ਇਸ ਧਰਤੀ ਤੇ ਕੀ ਵਜੂਦ ਬਚਦਾ ਹੈ। ਸੋ ਹਾਊ ਇਟ ਕੈਨ ਪੋਸੀਬਲ। ਦਸਮ ਗ੍ਰੰਥ ਦੇ ਇਸੇ ਭਾਗ ਵਿੱਚ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਜੰਗ ਭੰਗਾਣੀ ਦੀ ਜੰਗ ਦਾ ਵੀ ਜ਼ਿਕਰ ਮਿਲਦਾ ਹੈ। ਇਸ ਵਿੱਚ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭੰਗਾਣੀ ਦੀ ਜੰਗ ਜਿੱਤਣ ਤੋਂ ਬਾਅਦ ਆ ਕੇ ਅਨੰਦਪੁਰ ਸਾਹਿਬ ਵਸਾਇਆ ਸੀ, ਜਦਕਿ ਅਨੰਦਪੁਰ ਸਾਹਿਬ ਤਾਂ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ। ਤੇ ਭੰਗਾਣੀ ਦੀ ਜੰਗ ਉਸ ਤੋਂ ਕਈ ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਜਵਾਨੀ ਵੇਲੇ ਹੋਈ ਸੀ। ਦਸਮ ਗ੍ਰੰਥ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਜਿਹੜੇ ਮੇਰੇ ਚੇਲਿਆਂ ਨੇ ਭੰਗਾਣੀ ਦੀ ਜੰਗ ਵਿੱਚ ਮੇਰਾ ਸਾਥ ਨਹੀਂ ਦਿੱਤਾ ਸੀ, ਮੈਂ ਵਾਪਸ ਆ ਕੇ ਉਹਨਾਂ ਨੂੰ ਦਰਖਤਾਂ ਤੇ ਪੁੱਠਾ ਲਟਕਾ ਦਿੱਤਾ ਤੇ ਉਹ ਤੜਪ ਤੜਪ ਕੇ ਕੁੱਤੇ ਦੀ ਮੌਤ ਮਰੇ। ਕਈ ਵਿਦਵਾਨ ਤਾਂ ਅਰਥ ਕਰਨ ਲੱਗਿਆਂ ਤੇਲ ਪਾ ਕੇ ਸਾੜਨ ਦੀ ਵੀ ਗੱਲ ਕਰਦੇ ਹਨ। ਸੋਚਣ ਵਾਲੀ ਗੱਲ ਹੈ ਸਾਧ ਸੰਗਤ ਜੀ, ਜੇ ਉਸ ਸਮੇਂ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ ਇਹੋ ਜਿਹਾ ਜ਼ੁਲਮ ਦਿਖਾਇਆ ਹੁੰਦਾ ਤਾਂ ਉਹਨਾਂ 'ਚ ਤੇ ਜ਼ਾਲਮ ਔਰੰਗਜ਼ੇਬ ਵਿੱਚ ਕੀ ਫਰਕ ਰਹਿ ਜਾਣਾ ਸੀ। ਦੂਸਰੇ ਧਰਮ ਦੇ ਲੋਕਾਂ ਦੀ ਗੱਲ ਤਾਂ ਛੱਡੋ, ਮਾਫ ਕਰਿਓ, ਸਾਡੇ ਆਪਣੇ ਸਿੱਖਾਂ ਨੇ ਵੀ ਅੱਜ ਇਹ ਗੱਲ ਕਹਿਣੀ ਸੀ ਕਿ ਹੋ ਸਕਦਾ ਹੈ ਕਿ ਔਰੰਗਜ਼ੇਬ ਨੇ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰਕੇ ਠੀਕ ਹੀ ਕੀਤਾ ਹੋਵੇ, ਜਾਂ ਫਿਰ ਚੰਗਾ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਨੂੰ ਸ਼ਹੀਦ ਕਰ ਦਿੱਤਾ ਗਿਆ। ਜੇ ਪਿਓ ਇੰਨਾ ਜ਼ਾਲਮ ਸੀ ਤਾਂ ਪੁੱਤਰਾਂ ਨੇ ਅੱਗੇ ਚੱਲ ਕੇ ਪਤਾ ਨਹੀਂ ਕਿੰਨੇ ਜ਼ੁਲਮ ਢਾਉਣੇ ਸੀ। ਚਲੋ ਸਾਰੀ ਇਮੇਜਿਨੇਸ਼ਨ ਨੂੰ ਇੱਕ ਸਾਈਡ ਵੀ ਰੱਖ ਦਿਓ ਤਾਂ ਤੁਸੀਂ ਆਪ ਦੱਸੋ ਕਿ ਤੁਹਾਡੀ ਆਤਮਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨਾਲ, ਜਿਨ੍ਹਾਂ ਨਾਲ ਉਹ ਪੁੱਤਰਾਂ ਤੋਂ ਵੀ ਜ਼ਿਆਦਾ ਪਿਆਰ ਕਰਦੇ ਸਨ, ਉਹਨਾਂ ਨਾਲ ਇਹੋ ਜਿਹਾ ਸਲੂਕ ਕੀਤਾ ਹੋਊਗਾ। ਹੁਣ ਗੱਲ ਕਰਦੇ ਹਾਂ ਦਸਮ ਗ੍ਰੰਥ ਸਾਹਿਬ ਦੀ ਇੱਕ ਹੋਰ ਮੁੱਖ ਬਾਣੀ ਚੰਡੀ ਦੀ ਵਾਰ ਦੀ। ਇਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਾਣੀ ਇੰਨੀ ਜੋਸ਼ ਭਰੀ ਹੈ ਕਿ ਮਾੜੇ ਦਿਲ ਵਾਲਾ ਬੰਦਾ ਇਸ ਦਾ ਪਾਠ ਸੁਣ ਵੀ ਨਹੀਂ ਸਕਦਾ। ਇਸ ਦਾ ਖੰਡਨ ਕਰਨ ਵਾਲੇ ਕਹਿੰਦੇ ਹਨ ਕਿ ਇਹਨਾਂ ਤੁਕਾਂ ਵਿੱਚ ਇਹ ਗ੍ਰੰਥ ਆਪ ਕਹਿ ਰਿਹਾ ਹੈ ਕਿ ਮੈਂ ਮਾਰਕੰਡੇ ਪੁਰਾਣ ਗ੍ਰੰਥ ਦਾ ਹਿੱਸਾ ਹਾਂ। ਦੇਵੀ ਦੁਰਗਾ ਨੇ ਜਿਹੜੇ ਦੈਂਤਾਂ ਦਾ ਨਾਸ਼ ਕੀਤਾ ਸੀ, ਥੋੜਾ ਬਹੁਤ ਉੱਤੇ ਥੱਲੇ ਕਰਕੇ ਲਗਭਗ ਸੇਮ ਕੰਟੈਂਟ ਹੀ ਇਸ ਦੇ ਵਿੱਚ ਕਾਪੀ ਕੀਤਾ ਹੋਇਆ ਹੈ। ਇਸ ਗ੍ਰੰਥ ਵਿੱਚ 100 ਤੋਂ ਜ਼ਿਆਦਾ ਵਾਰ ਇਦਾਂ ਦੇ ਸਬੂਤ ਮਿਲਦੇ ਹਨ ਜੋ ਚੀਕ ਕੇ ਕਹਿ ਰਹੇ ਹਨ ਕਿ ਮੈਂ ਮਾਰਕੰਡੇ ਪੁਰਾਣ ਦਾ ਹਿੱਸਾ ਹਾਂ। ਪਹਿਲਾਂ ਇਸ ਪਾਠ ਦਾ ਨਾਮ ਵਾਰ ਸ਼੍ਰੀ ਦੁਰਗਾ ਕੀ ਸੀਗਾ, ਹੌਲੀ ਹੌਲੀ ਸਾਜ਼ਿਸ਼ ਕਰਨ ਵਾਲਿਆਂ ਨੇ ਚੇਂਜ ਕਰਕੇ ਵਾਰ ਸ਼੍ਰੀ ਭਗਵਤੀ ਜੀ ਕੀ ਕਰ ਦਿੱਤਾ। ਦੇ ਸ਼ਿਵਾ ਬਰਮੋਹੇ ਹੈ, ਸ਼ੁਭ ਕਰਮਨ ਤੇ ਕਬਹੂ ਨਾ ਡਰੂ। ਇਸ ਸ਼ਲੋਕ ਨੂੰ ਸਿੱਖ ਐਂਥਮ ਬਣਾ ਕੇ ਇੰਨਾ ਪ੍ਰਚਾਰਿਆ ਗਿਆ ਹੈ ਕਿ ਬੱਚੇ ਦੀ ਜ਼ੁਬਾਨ ਤੇ ਰੱਟਿਆ ਹੋਇਆ ਹੈ। ਪਰ ਜੇ ਡਿਟੇਲ ਵਿੱਚ ਦੇਖੀਏ ਤਾਂ ਸ਼ਿਵਾ ਕਿਹਨੂੰ ਕਹਿੰਦੇ ਹਨ? ਸ਼ਿਵ ਜੀ ਦੀ ਪਤਨੀ ਪਾਰਵਤੀ ਨੂੰ। ਸੋ ਸਾਫ਼-ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਲਿਖਤਾਂ ਸ਼੍ਰੀ ਮਾਰਕੰਡੇ ਪੁਰਾਣ ਹਿੰਦੂ ਗ੍ਰੰਥ ਵਿੱਚੋਂ ਲਈਆਂ ਗਈਆਂ ਹਨ। ਜਦਕਿ ਚੰਡੀ ਦੀ ਵਾਰ ਨੂੰ ਗੁਰੂ ਸਾਹਿਬ ਦੀਆਂ ਲਿਖਤਾਂ ਮੰਨਣ ਵਾਲੇ ਕਹਿੰਦੇ ਹਨ ਕਿ ਉਸ ਸਮੇਂ ਸਾਰੇ ਭਾਰਤ ਵਿੱਚ ਮੁਗਲਾਂ ਦੇ ਜ਼ੁਲਮ ਦੀ ਇੰਤਹਾ ਹੋਈ ਪਈ ਸੀ ਤੇ ਜ਼ੁਲਮ ਸਹਿ ਰਹੇ ਦਬੇ ਕੁਚਲੇ ਲੋਕਾਂ 'ਚੋਂ ਮੋਸਟਲੀ ਲੋਕ ਦੇਵੀ ਦੀ ਆਰਾਧਨਾ ਕਰਦੇ ਸਨ। ਸੋ ਹਾਰ ਮੰਨ ਚੁੱਕੇ ਲੋਕਾਂ ਵਿੱਚ ਜੋਸ਼ ਭਰਨ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਵੀ ਦੁਰਗਾ ਦਾ ਐਗਜ਼ਾਮਪਲ ਦੇ ਕੇ ਲੋਕਾਂ ਨੂੰ ਸਮਝਾਇਆ ਤੇ ਦੇਵੀ ਦੀਆਂ ਸ਼ਕਤੀਆਂ ਵੀ ਉਹਦੀਆਂ ਆਪਣੀਆਂ ਨਿੱਜੀ ਨਹੀਂ ਸਨ। ਉਹਨੇ ਅਕਾਲ ਪੁਰਖ ਸੱਚੇ ਪਿਤਾ ਪਰਮਾਤਮਾ ਤੋਂ ਸ਼ਕਤੀਆਂ ਲੈ ਕੇ ਹੀ ਪਹਾੜਾਂ ਜਿੱਡੇ ਉੱਚੇ ਤੇ ਲੋਹੇ ਦੇ ਸਰੀਰ ਵਰਗੇ ਦੈਂਤਾਂ ਦਾ ਨਾਸ਼ ਕੀਤਾ ਸੀ। ਇਸ ਲਈ ਸਿੰਘ ਸੂਰਮਿਓ, ਤੁਸੀਂ ਵੀ ਉਸ ਅਕਾਲ ਪੁਰਖ ਨੂੰ ਧਿਆਇਆ ਕਰੋ ਤਾਂ ਕਿ ਉਹਦੇ ਘਰ ਤੋਂ ਕਿਰਪਾ ਪਾ ਕੇ ਤੁਸੀਂ ਵੀ ਜ਼ੁਲਮਾਂ ਨਾਲ ਮੱਥਾ ਲਾ ਸਕੋ। ਹੁਣ ਗੱਲ ਕਰਦੇ ਹਾਂ ਦਸਮ ਗ੍ਰੰਥ ਸਾਹਿਬ ਦੇ ਉਸ ਹਿੱਸੇ ਦੀ ਜਿਹਦੇ ਵਿੱਚ ਹਿੰਦੂ ਧਰਮ ਦੇ 24 ਅਵਤਾਰਾਂ ਦੀ ਕਥਾ, ਰਮਾਇਣ ਤੇ ਮਹਾਭਾਰਤ ਦੀ ਕਥਾ ਦਾ ਵਰਣਨ ਮਿਲਦਾ ਹੈ। ਇਸ ਗ੍ਰੰਥ ਵਿੱਚ ਸਪਸ਼ਟ ਰੂਪ ਨਾਲ ਹਿੰਦੂ ਧਰਮ ਦੀਆਂ ਲਿਖਤਾਂ ਦਰਜ ਹਨ। ਇੱਕ ਸ਼ਲੋਕ ਕਿਸੇ ਨਾ ਕਿਸੇ ਹਿੰਦੂ ਧਰਮ ਚੋਂ ਕਾਪੀ ਕੀਤਾ ਗਿਆ ਹੈ ਤੇ ਇਹ ਗੱਲ ਦਸਮ ਗ੍ਰੰਥੀ ਸਿੱਖ ਵੀ ਮੰਨਦੇ ਹਨ। ਸਮਰਥਕ ਕਹਿੰਦੇ ਹਨ ਕਿ ਉਸ ਸਮੇਂ ਸਾਰੇ ਗ੍ਰੰਥ ਤੇ ਲਿਟਰੇਚਰ ਸੰਸਕ੍ਰਿਤ ਭਾਸ਼ਾ ਵਿੱਚ ਹੁੰਦੇ ਸਨ ਤੇ ਇਹ ਭਾਸ਼ਾ ਔਖੀ ਹੋਣ ਕਰਕੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਆਉਂਦੀ ਸੀ
ਤੇ ਗਿਆਨ ਪ੍ਰਾਪਤੀ ਲਈ ਆਮ ਜਨਤਾ ਨੂੰ ਕੁਝ ਲਾਲਚੀ ਬ੍ਰਾਹਮਣਾਂ ਕੋਲ ਵੀ ਜਾਣਾ ਪੈਂਦਾ ਸੀ। ਸੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੌਮ ਨੂੰ, ਇੱਕ ਆਮ ਸਿੱਖ ਨੂੰ ਬ੍ਰਾਹਮਣਵਾਦ ਦੇ ਚੰਗੁਲ ਤੋਂ ਆਜ਼ਾਦ ਕਰਾਉਣ ਲਈ ਇਹਨਾਂ ਸਾਰੇ ਅਵਤਾਰਾਂ ਦੀ ਕਥਾਵਾਂ ਨੂੰ ਈਜ਼ੀ ਰੂਪ ਵਿੱਚ ਗੁਰਮੁਖੀ ਭਾਸ਼ਾ 'ਚ ਟਰਾਂਸਲੇਟ ਕਰਕੇ ਇਸ ਗ੍ਰੰਥ ਵਿੱਚ ਸ਼ਾਮਿਲ ਕਰ ਦਿੱਤਾ ਸੀ। ਸੁਣਨ 'ਚ ਤਾਂ ਇਹ ਗੱਲ ਠੀਕ ਲੱਗ ਰਹੀ ਹੈ, ਪਰ ਜਦੋਂ ਆਪਾਂ ਕ੍ਰਿਸ਼ਨ ਭਗਵਾਨ ਦੀ ਰਾਸ ਲੀਲਾ ਵਾਲੇ ਚੈਪਟਰ ਨੂੰ ਪੜ੍ਹਦੇ ਹਾਂ ਕਿ ਸੱਚਮੁੱਚ ਇਹ ਗੱਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀਆਂ ਹਨ। ਆਓ ਇਹਦੇ 'ਚੋਂ ਇੱਕ ਛੋਟੇ ਜਿਹੇ ਐਗਜ਼ਾਮਪਲ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਹਾਲਾਂਕਿ ਇਹ ਸਭ ਸੁਣਾਉਂਦੇ ਹੋਏ ਮੈਨੂੰ ਖੁਦ ਨੂੰ ਨਮੋਸ਼ੀ ਫੀਲ ਹੋ ਰਹੀ ਹੈ, ਬਟ ਜੋ ਸੱਚ ਹੈ ਉਹ ਸਭ ਨੂੰ ਦੱਸਣਾ ਹੀ ਪਊਗਾ। ਲਿਖਿਆ ਹੈ ਕਿ ਕ੍ਰਿਸ਼ਨ ਦੇ ਦਰਬਾਰ ਵਿੱਚ ਇੱਕ 17-18 ਸਾਲ ਦੀ ਕਮਰ ਤੋਂ ਕੁੱਬੀ ਕੁੜੀ ਡੈਕੋਰੇਸ਼ਨ ਦਾ ਕੰਮ ਕਰਦੀ ਸੀ। ਇੱਕ ਦਿਨ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਉਹਦੇ ਤੇ ਨਜ਼ਰ ਪੈ ਗਈ। ਉਹਨਾਂ ਨੇ ਉਸ ਦੀ ਪਿੱਠ ਤੇ ਹੱਥ ਰੱਖੇ ਤੇ ਉਹਨੂੰ ਸ਼ਕਤੀ ਨਾਲ ਸਹੀ ਕਰ ਦਿੱਤਾ। ਉਹ ਕੁੜੀ ਕਹਿੰਦੀ ਹੈ ਕਿ ਭਗਵਾਨ, ਮੈਂ ਆਪ ਜੀ ਦਾ ਧੰਨਵਾਦ ਕਿਸ ਤਰੀਕੇ ਨਾਲ ਕਰਾਂ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਦੱਸਾਂਗੇ ਸਮਾਂ ਆਉਣ ਤੇ ਰਾਤ ਨੂੰ ਸ਼੍ਰੀ ਕ੍ਰਿਸ਼ਨ ਉਸ ਦੇ ਘਰ ਚਲੇ ਜਾਂਦੇ ਹਨ ਤੇ ਸਾਰੀ ਰਾਤ ਉਸ ਨਾਲ ਸੰਭੋਗ ਕਰਦੇ ਹਨ। ਗੱਲ ਸਿਰਫ ਇੱਥੇ ਹੀ ਖਤਮ ਨਹੀਂ ਹੁੰਦੀ। ਇਸ ਪੂਰੀ ਰਾਤ ਦਾ ਡਿਟੇਲ ਨਾਲ ਜ਼ਿਕਰ ਇਸ ਗ੍ਰੰਥ ਵਿੱਚ ਕੀਤਾ ਗਿਆ ਹੈ ਕਿ ਕਦੋਂ ਸ਼੍ਰੀ ਕ੍ਰਿਸ਼ਨ ਨੇ ਉਹਦੇ ਨਾਲ ਕੀ ਕੀਤਾ, ਕਿਹੜੇ 7 ਆਸਨਾਂ ਨਾਲ ਉਹਦੇ ਨਾਲ ਸੰਭੋਗ ਕੀਤਾ। ਠੀਕ ਹੈ, ਜਿਨ੍ਹਾਂ ਦੇ ਧਰਮ ਦੀਆਂ ਲਿਖਤਾਂ ਹਨ ਉਹਨਾਂ ਨੂੰ ਮੁਬਾਰਕ ਹੋਣ, ਪਰ ਤੁਸੀਂ ਇਹ ਦੱਸੋ ਕਿ ਤੁਹਾਡੀ ਆਤਮਾ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹੋ ਜਿਹੀਆਂ ਲਿਖਤਾਂ ਲਿਖੀਆਂ ਹੋਣਗੀਆਂ। ਇਹ ਸਭ ਗੱਲਾਂ ਤਾਂ ਹਜੇ ਸਿਰਫ ਟ੍ਰੇਲਰ ਹਨ। ਅੱਗੇ ਚਰਿੱਤਰੋਪਖਿਆਨ ਵਾਲੇ ਸੈਕਸ਼ਨ ਵਿੱਚ ਦੇਖਾਂਗੇ ਕਿ ਇਸ ਗ੍ਰੰਥ ਵਿੱਚ ਕਿੰਨੇ ਲੋ ਲੈਵਲ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ। ਹੁਣ ਚਰਚਾ ਕਰਦੇ ਹਾਂ ਕੁਝ ਇਹੋ ਜਿਹੇ ਸਵਾਲਾਂ ਦੀ ਜੋ ਦਸਮ ਗ੍ਰੰਥ ਦੀ ਹਰੇਕ ਡਿਬੇਟ ਵਿੱਚ ਜ਼ਰੂਰ ਪੁੱਛੇ ਜਾਂਦੇ ਹਨ। ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ, ਜਿਵੇਂ ਕਿ ਪੰਜਾਬ ਤੋਂ ਬਾਹਰ ਦੇ ਤਿੰਨੇ ਤਖਤਾਂ ਵਿੱਚ ਕੀਤਾ ਜਾਂਦਾ ਹੈ? ਦਸਮ ਗ੍ਰੰਥੀ ਐਕਸਪਲੇਨ ਕਰਦੇ ਹਨ ਕਿ ਪ੍ਰਕਾਸ਼ ਕਰਨ ਦਾ ਮਤਲਬ ਕੀ ਹੁੰਦਾ ਹੈ ਕਿ ਸਿੰਪਲੀ ਕਿਸੇ ਗ੍ਰੰਥ ਨੂੰ ਖੋਲ ਕੇ ਪੜ੍ਹਨਾ। ਤੇ ਜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਯਾਨੀ ਕਿ 11ਵੇਂ ਗੁਰੂ ਦੀ ਹਜ਼ੂਰੀ ਵਿੱਚ 10ਵੇਂ ਗੁਰੂ ਦੀਆਂ ਲਿਖਤਾਂ ਨੂੰ ਪੜ੍ਹਿਆ ਜਾਵੇ ਤਾਂ ਇਹਦੇ ਵਿੱਚ ਕੀ ਇਤਰਾਜ਼ ਵਾਲੀ ਗੱਲ ਹੈ? ਪਰ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਕਿਸੇ ਦਸਮ ਗ੍ਰੰਥ ਨੂੰ ਮੰਨਣ ਵਾਲੇ ਵਿਦਵਾਨ ਨੂੰ ਸਟੇਜ ਤੇ ਖੜੋ ਕੇ ਇਸ ਦੀ ਬਾਣੀ ਦਾ ਅਰਥ ਕਰਨ ਲਈ ਕਿਹਾ ਜਾਂਦੇ ਹਨ ਤਾਂ ਉਹ ਸਭ ਇਸ ਤੋਂ ਜੀ ਚੁਰਾਉਂਦੇ ਹਨ। ਕਹਿੰਦੇ ਹਨ ਕਿ ਇਹੋ ਜਿਹੀਆਂ ਕਾਮੁਕ ਗੱਲਾਂ ਨੂੰ ਸਟੇਜ ਤੇ ਖੜ ਕੇ ਸਭ ਦੇ ਸਾਹਮਣੇ ਨਹੀਂ ਬੋਲਿਆ ਜਾ ਸਕਦਾ। ਇਹ ਗ੍ਰੰਥ ਇਕੱਲੇ ਵਿੱਚ ਬਹਿ ਕੇ ਪੜ੍ਹਨ ਵਾਲਾ ਹੈ, ਤੇ ਜੇ ਕੋਈ ਵਿਦਵਾਨ ਅਰਥ ਕਰਦਾ ਵੀ ਹੈ ਤਾਂ ਮੋٹے ਗੋਲ-ਮੋਲ ਅਰਥ ਕਰਕੇ ਕੰਮ ਨਿਬੇੜ ਦਿੰਦਾ ਹੈ। ਜਦਕਿ ਦਸਮ ਗ੍ਰੰਥ ਦੇ ਚਰਿੱਤਰੋਪਖਿਆਨ ਵਿੱਚ ਸੈਕਸ ਰਿਲੇਟਡ ਕਹਾਣੀਆਂ ਨੂੰ ਕਿਸੇ ਅਡਲਟ ਮੈਗਜ਼ੀਨ ਤਰ੍ਹਾਂ ਐਨ ਵਿਸਤਾਰ ਵਿੱਚ ਦੱਸਿਆ ਗਿਆ ਹੈ। ਉਸੇ ਤਰ੍ਹਾਂ ਵਿਸਤਾਰ ਨਾਲ ਸਟੇਜ ਤੇ ਖੜ ਕੇ ਅਰਥ ਕਰਨ ਦੀ ਕਿਸੇ ਵਿਦਵਾਨ ਦੀ ਹਿੰਮਤ ਨਹੀਂ ਪੈਂਦੀ। ਹੁਣ ਸੋਚਣ ਵਾਲੀ ਗੱਲ ਹੈ ਕਿ ਜੇ ਆਪਾਂ ਇਸ ਗ੍ਰੰਥ ਦੇ ਅਰਥ ਦੀਵਾਨ ਵਿੱਚ ਬਹਿ ਕੇ ਕਰ ਹੀ ਨਹੀਂ ਸਕਦੇ, ਸੰਗਤ ਵਿੱਚ ਬਹਿ ਕੇ ਇਸ ਦਾ ਪਾਠ ਹੀ ਨਹੀਂ ਕਰ ਸਕਦੇ, ਤਾਂ ਇਸ ਗ੍ਰੰਥ ਦਾ ਪ੍ਰਕਾਸ਼ ਕਰਨ ਦੀ ਜਿੱਦ ਕਿਉਂ ਕੀਤੀ ਜਾ ਰਹੀ ਹੈ? ਇਸ ਵੀਡੀਓ ਵਿੱਚ ਆਪਾਂ ਦਸਮ ਗ੍ਰੰਥ ਸਾਹਿਬ ਦੇ ਕੁਝ ਪੱਖਾਂ ਨੂੰ ਐਨਾਲਾਈਜ਼ ਕੀਤਾ, ਬਟ ਇਹ ਟੌਪਿਕ ਬਹੁਤ ਜ਼ਿਆਦਾ ਵਾਈਡ ਹੈ। ਸੋ ਜਿਹੜੇ ਮੁੱਦੇ ਰਹਿ ਗਏ ਉਹਨਾਂ ਤੇ ਆਪਾਂ ਚਰਚਾ ਨੈਕਸਟ ਵੀਡੀਓ ਵਿੱਚ ਕਰਾਂਗੇ, ਕਿਉਂਕਿ ਜਿੰਨਾ ਚਿਰ ਆਪਾਂ ਸਾਰੇ ਪੱਖਾਂ ਤੇ ਡੂੰਘੀ ਚਰਚਾ ਨਹੀਂ ਕਰ ਲੈਂਦੇ ਉਹਨਾਂ ਚਿਰ ਇਸ ਸੀਰੀਅਸ ਟੌਪਿਕ ਤੇ ਫੈਸਲਾ ਲੈਣਾ ਬਹੁਤ ਔਖਾ ਹੈ। ਇਸ ਵੀਡੀਓ ਲਈ ਮੈਂ ਜੋ ਲੰਬੀ ਚੌੜੀ ਰਿਸਰਚ ਕੀਤੀ ਹੈ, ਜੇ ਉਹਦਾ ਥੋੜਾ ਬਹੁਤਾ ਰਿਜ਼ਲਟ ਵੀ ਤੁਹਾਨੂੰ ਦੇਖਣ ਨੂੰ ਮਿਲਿਆ ਤਾਂ ਕਮੈਂਟ ਬਾਕਸ ਵਿੱਚ ਵੈਰੀ ਗੁੱਡ ਲਿਖ ਕੇ ਐਪਰੀਸ਼ੀਏਟ ਜ਼ਰੂਰ ਕਰਿਓ, ਤੇ ਜੇ ਉਹਦਾ ਕੋਈ ਫਾਇਦਾ ਨਹੀਂ ਦਿਖਿਆ ਤਾਂ ਵੈਰੀ ਬੈਡ ਲਿਖ ਦਿਓ, ਬਟ ਆਪਣੇ ਵਿਊਜ਼ ਜ਼ਰੂਰ ਸਾਂਝੇ ਕਰਿਓ। ਇਸ ਟੌਪਿਕ ਨਾਲ ਜੁੜੀ ਕੋਈ ਗੱਲਬਾਤ ਜਾਂ ਕੋਈ ਲਿੰਕ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਤੁਹਾਡਾ ਬਹੁਤ ਸਵਾਗਤ ਹੈ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ। ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਓ।